ਵਾਹਿਗੁਰੂ 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 ਜੀ ਕੀ ਫਤਿਹ। ਸੋ ਆਪਾਂ ਸਾਰੇ ਜਾਣੇ ਬਹੁਤ ਵੱਡੇ ਭਾਗਾਂ ਵਾਲੇ ਹਾਂ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣਦੇ ਹਾਂ। ਸੋ ਸਤਿਗੁਰਾਂ ਨੇ ਸਾਡੇ ਉੱਤੇ ਕਿਰਪਾ ਕੀਤੀ, ਸਤ ਸੰਗਤ ਵਿੱਚ ਆਉਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸੋ ਸਾਡੇ ਸਾਰੇ ਜਾਣਿਆਂ ਦੇ ਬਹੁਤ ਵੱਡੇ ਭਾਗ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਇਸ ਸੰਸਾਰ ਦੇ ਵਿੱਚ ਸਾਨੂੰ ਖੇਲ ਖੇਲਣ ਵਾਸਤੇ ਭੇਜਿਆ ਹੈ। ਜਦੋਂ ਸਾਡਾ ਖੇਲ ਇਸ ਸੰਸਾਰ ਦੇ ਵਿੱਚ ਖਤਮ ਹੁੰਦਾ ਹੈ, ਉਦੋਂ ਸਾਨੂੰ ਸੰਸਾਰ ਦੇ ਵਿੱਚੋਂ ਵਾਪਸ ਬੁਲਾਇਆ ਜਾਂਦਾ ਹੈ। ਜਿਹਨੂੰ ਮਹਾਰਾਜ ਸਮਝਾਉਂਦੇ ਕਿ ਜਦੋਂ ਅਸੀਂ ਸੰਸਾਰ ਦੇ ਵਿੱਚ ਆਏ, ਆਪਣਾ ਸਮਾਂ ਜੋ ਵਾਪਸ ਜਾਣ ਦਾ ਉਹ ਵੀ ਨਿਚਲ ਕਰਕੇ ਆਏ, ਉਹ ਵੀ ਮਿਥਿਆ ਹੋਇਆ ਹੈ। ਜਿਹਨੂੰ ਮਹਾਰਾਜ ਸਮਝਾਉਂਦੇ ਕਹਿੰਦੇ ਮਰਨ ਲਿਖਾਏ ਮੰਡਲ ਮੇ ਆਏ। ਜਦੋਂ ਸਾਡਾ ਅੰਤਮ ਸਮਾਂ ਆਉਂਦਾ, ਉਦੋਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਜਮਦੂਤਾਂ ਨੂੰ ਹੁਕਮ ਕਰਦੇ ਕਿ ਮਨ ਬੱਚੇ ਨੂੰ ਜਾ ਕੇ ਵਾਪਸ ਲੈ ਕੇ ਆਓ। ਜਿਹਨਾਂ ਪੰਜਾਂ ਦੂਤਾਂ ਦਾ ਆਪਾਂ ਸਾਰੀ ਜ਼ਿੰਦਗੀ ਸੰਸਾਰ ਦੇ ਵਿੱਚ ਇਹਨਾਂ ਦੇ ਪਿੱਛੇ ਲੱਗ ਕੇ ਆਪਾਂ ਕਰਮ ਕਰੀ ਜਾਂਦੇ ਹਾਂ, ਇਹ ਜਮਦੂਤ ਫਿਰ ਅੰਤਮ ਸਮੇਂ ਇਹ ਵੀ ਆਪਣਾ ਜੋ ਅਸਲੀ ਇਹਨਾਂ ਦਾ ਰੂਪ ਹੈ, ਫਿਰ ਇਹ ਧਾਰਨ ਕਰਕੇ ਇਸ ਸੰਸਾਰ ਦੇ ਵਿੱਚੋਂ ਸਾਨੂੰ ਵਾਪਸ ਲੈ ਕੇ ਜਾਂਦੇ। ਮਹਾਰਾਜ ਗੁਰਬਾਣੀ ਗੁਰੂ ਵਿੱਚ ਸਮਝਾਉਂਦੇ, ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ, ਕਹਿੰਦੇ ਅੰਮ੍ਰਿਤ ਸਰਾਨ ਨੂੰ ਲੇਖਾ ਦੇਣਾ, ਆਏ ਕਠਨ ਦੂਤ ਜਮ ਲੈਣਾ, ਕਿਆ ਤੈ ਖਟਿਆ ਕਹਾਂ ਗਵਾਇਆ, ਚਲੋ ਸਤਾਪ ਦੀਵਾਨ ਬੁਲਾਇਆ। ਕਿ ਜਿਹੜਾ ਆਪਾਂ ਸੰਸਾਰ ਦੇ ਵਿੱਚ ਆਏ ਸੀ ਇਹ ਖੇਲ ਖੇਲਣ ਵਾਸਤੇ, ਇਹਦੇ ਵਿੱਚ ਕਿੰਨੀ ਕੁ ਆਪਾਂ ਜਿੱਤ ਹਾਸਲ ਕੀਤੀ ਹੈ ਤੇ ਕਿੱਥੇ ਕਿੱਥੇ ਅਸੀਂ ਆਪਣਾ ਜੋ ਧਨ ਹੈ ਸਵਾਸਾਂ ਦਾ ਉਹ ਖਰਚ ਕੀਤਾ ਹੈ। ਤੇ ਹੁਣ ਦਰਗਾਹ ਦੇ ਵਿੱਚ ਸਾਡਾ ਹਿਸਾਬ ਹੋਣਾ।
ਹੁਣ ਮਨੁੱਖ ਸੰਸਾਰ ਦੇ ਵਿੱਚ ਦੋ ਵਾਰ ਜਾਗਦਾ ਹੈ। ਇੱਕ ਵਾਰ ਜਾਗਦਾ ਹੈ ਸਿਮਰਨ ਦੇ ਦੁਆਰਾ, ਜਿਹਨੂੰ ਮਹਾਰਾਜ ਸਮਝਾਉਂਦੇ ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ। ਇੱਕ ਵਾਰ ਮਨੁੱਖ ਜਾਗਦਾ ਹੈ ਜਦੋਂ ਜੰਮ ਸਿਰ 'ਚ ਡੰਡਾ ਮਾਰਦੇ। ਹੁਣ ਇਹ ਜਦੋਂ ਅੰਤਮ ਸਮੇਂ ਆਉਂਦੇ ਹੈ, ਇਹ ਚਿੱਠੀ ਲੈ ਕੇ ਆਉਂਦੇ ਆ ਦਰਗਾਹ ਦੇ ਵਿੱਚ, ਜਿਹਨੂੰ ਮਹਾਰਾਜ ਸਮਝਾਉਂਦੇ ਦਰਗੇ ਜਿਨਕੀ ਚੀਰੀ ਪਾਟੀ ਤਿਨਾ ਮਰਨਾ ਪਾਈ। ਚਾਹੇ ਉਹ ਮੌਤ ਐਕਸੀਡੈਂਟ ਦਾ ਕਾਰਨ ਬਣ ਜਾਏ, ਚਾਹੇ ਮਨੁੱਖ ਸੁੱਤਾ ਪਿਆ ਰਹਿ ਜਾਏ, ਚਾਹੇ ਉਹ ਮੌਤ ਦੁੱਖ ਦਾ ਕਾਰਨ ਬਣ ਕੇ ਕਿਸੇ ਵੀ ਰੂਪ ਧਾਰ ਲਵੇ, ਪਰ ਜਦੋਂ ਫਿਰ ਇਹਨਾਂ ਨੂੰ ਮਨ ਨੂੰ ਇਹ ਜੰਮ ਜੋ ਦਰਗਾਹ 'ਚੋਂ ਚਿੱਠੀ ਆਉਂਦੀ ਹੈ ਉਹ ਫਿਰ ਦਿਖਾਲਦੇ ਨੇ। ਜਦੋਂ ਇਹ ਚਿੱਠੀ ਦਿਖਾਲਦੇ ਨੇ, ਇਹਨਾਂ ਨੂੰ ਹੁਕਮ ਹੈ ਕਿ ਤੁਸੀਂ ਚਿੱਠੀ ਦਿਖਾਲ ਕੇ ਇਸ ਮਨੁੱਖ ਨੂੰ ਇਹਦੀ ਗੰਢ ਖੋਲ ਕੇ ਪਾਸੇ ਹੋ ਜਾਣਾ। ਹੁਣ ਜੇ ਤਾਂ ਮਨੁੱਖ ਜਾਗਿਆ ਹੋਇਆ ਸੰਸਾਰ ਦੇ ਵਿੱਚ, ਫਿਰ ਤਾਂ ਇਸ ਨੂੰ ਕੁਝ ਸਮੇਂ ਪਹਿਲਾਂ ਹੀ ਪਤਾ ਲੱਗ ਜਾਂਦਾ ਕਿ ਮੇਰੇ ਕਿੰਨੇ ਕੁ ਸਵਾਸ ਬਾਕੀ ਹੈ। ਆਮ ਸਾਧੂ ਸੰਤ ਆਪਾਂ ਦੇਖਦੇ ਹਾਂ, ਉਹ ਸੰਸਾਰ ਦੇ ਵਿੱਚ ਪਹਿਲਾਂ ਹੀ ਦੱਸ ਦਿੰਦੇ ਕਿ ਸਾਡਾ ਸਮਾਂ ਆ ਗਿਆ, ਕਿਉਂਕਿ ਉਹਨਾਂ ਨੂੰ ਦਾ ਮਨ ਜਾਗਿਆ ਹੁੰਦਾ ਹੈ। ਜੋ ਅਗਲਾ ਖੇਲ ਉਹਨਾਂ ਨੂੰ ਸਾਰਾ ਉਹ ਖੇਲ ਦਾ ਪਤਾ ਲੱਗ ਜਾਂਦਾ, ਸਵਾਸ ਕਿੰਨੇ ਰਹਿ ਗਏ। ਦਰਗਾਹ ਵਿੱਚ ਆਉਣਾ ਜਾਣਾ ਕੀਤਾ ਹੁੰਦਾ ਹੈ। ਉਹ ਫਿਰ ਆਪਣਾ ਸਰੀਰ ਛੱਡ ਕੇ ਜਿਹੜਾ ਇਹ ਮਾਇਆ ਹੈ, ਆਪਣੇ ਮਨ ਦਾ ਆਸਣ ਦਰਗਾਹ ਦੇ ਵਿੱਚ ਲਾ ਦਿੰਦੇ ਨੇ। ਤੇ ਜਿਹੜਾ ਸਰੀਰ ਹੈ ਇਹ ਮਾਇਆ ਹੈ, ਜਿਹਨੂੰ ਮਹਾਰਾਜ ਸਮਝਾਉਂਦੇ ਇਹ ਸਰੀਰ ਸਭ ਮੂਲ ਹੈ ਮਾਇਆ। ਹੁਣ ਉਸ ਤੋਂ ਬਾਅਦ ਜਦੋਂ ਫਿਰ ਇਹ ਜੰਮ ਦਿਖਾਲਦੇ, ਪਰਵਾਨਾ ਚਿੱਠੀ ਦਿਖਾਲਦੇ, ਫਿਰ ਜਦੋਂ ਇਹ ਮਨੁੱਖ ਜਾਗਦਾ ਹੈ ਜਾਂ ਫਿਰ ਇਹਦਾ ਮਨ ਜਾਗਿਆ ਨਹੀਂ, ਫਿਰ ਉਹ ਡੰਡਾ ਮਾਰਦੇ, ਜਿਹਨੂੰ ਮਹਾਰਾਜ ਸਮਝਾਉਂਦੇ ਜਮ ਕਾ ਡੰਡ ਪੜਿਓ ਸਿਰ ਉੱਪਰ ਤਬ ਸੋਬਤ ਹੋਏ ਜਾਗੇ। ਜਦੋਂ ਇਹ ਡੰਡਾ ਮਾਰਦੇ ਆ ਫਿਰ ਇਹ ਮਨ ਜਾਗਦਾ ਹੈ, ਕਿਉਂਕਿ ਦੋ ਹੀ ਕਾਰਨ ਹੈ, ਇੱਕ ਜਮਾਂ ਦੇ ਡੰਡੇ ਦੇ ਨਾਲ, ਇੱਕ ਮਨ ਜਾਗਦਾ ਸਿਮਰਨ ਦੇ ਨਾਲ। ਫਿਰ ਇਸ ਨੂੰ ਜੋ ਦਰਗਾਹ ਦਾ ਫਰਮਾਨ ਹੈ, ਜੋ ਮਾਲਕ ਦਾ ਹੁਕਮ ਹੈ, ਉਹ ਚਿੱਠੀ ਦਿਖਾਈ ਜਾਂਦੀ ਹੈ। ਜਦੋਂ ਫਿਰ ਇਸ ਮਨ ਨੂੰ ਉਹ ਦਰਗਾਹ ਦੀ ਚਿੱਠੀ ਦਿਖਾਈ ਜਾਂਦੀ ਹੈ, ਫਿਰ ਇਹ ਮਨ ਨੂੰ ਜਦੋਂ ਮਨ ਜਾਗਦਾ, ਇਸ ਨੂੰ ਸਾਰੀ ਕਹਾਣੀ ਪਤਾ ਲੱਗ ਜਾਂਦੀ ਹੈ ਕਿ ਮੈਂ ਤਾਂ ਸੰਸਾਰ ਦੇ ਵਿੱਚ ਆਇਆ ਸੀ ਮਾਲਕ ਨੂੰ ਮਿਲਣ ਵਾਸਤੇ, ਮੈਂ ਤਾਂ ਮਾਲਕ ਦਾ ਨਾਮ ਹੀ ਨਹੀਂ ਜਪਿਆ, ਮੈਂ ਤਾਂ ਸੰਸਾਰ ਦੇ ਵਿੱਚੋਂ ਜੋ ਲਾਹਾ ਚੱਕਣਾ ਸੀ ਉਹ ਚੱਕ ਨਹੀਂ ਸਕਿਆ। ਤੇ ਮਹਾਰਾਜ ਸਮਝਾਉਂਦੇ, ਕਹਿੰਦੇ ਮਨਮੁਖ ਕਰਮ ਕਮਾਵਣੇ ਬਹੁਤੀ ਹੋਵੇ ਮਾਰ। ਕਿ ਸੰਸਾਰ ਦੇ ਵਿੱਚ ਮੈਂ ਤਾਂ ਇਸ ਪਰਿਵਾਰ ਦੇ ਨਾਲ, ਇਸ ਸੰਸਾਰ ਦੇ ਨਾਲ ਪ੍ਰੀਤ ਪਾ ਕੇ ਮੈਂ ਤਾਂ ਆਪਣੀ ਸਵਾਸਾਂ ਦੀ ਪੂੰਜੀ ਜਿਹੜੀ ਉਹ ਵੀ ਖਰਚ ਕਰ ਲਈ, ਤੇ ਜੋ ਮੇਰੇ ਆਉਣ ਦਾ ਮਨੋਰਥ ਸੀ ਸੰਸਾਰ ਦੇ ਵਿੱਚ ਉਹ ਮੈਂ ਪੂਰਾ ਨਹੀਂ ਕਰ ਸਕਿਆ। ਫਿਰ ਇਹ ਜਮਾਂ ਨੂੰ ਬੇਨਤੀ ਕਰਦਾ ਕਿ ਮੈਨੂੰ ਕੁਝ ਸਮਾਂ ਦਿਓ, ਮੇਰਾ ਪਰਿਵਾਰ ਹੈ। ਫਿਰ ਉਹ ਜਮ ਜਿਹੜੇ ਆ ਉਹ ਕਹਿੰਦੇ ਵੀ ਤੇਰਾ ਜੋ ਸਵਾਸਾਂ ਦਾ ਧਨ ਹੈ ਉਹ ਖਤਮ ਹੋ ਗਿਆ, ਜਿਹੜਾ ਸਾਡਾ ਸਰੀਰ ਹੈ ਫਿਰ ਇਹ ਹਿੱਲਣਾ ਨਹੀਂ,
क्योंकि जदों शरीर के अंदरों सवास ही खत्म हो गए, जिस तरह एक गड्डी दे विच पेट्रोल खत्म हो जाए, फिर वो ना गांह जाती है ना पिछां जाती है। जदों इस शरीर के विचों साडा जिहड़ा धन सी सवासां दा खत्म हो गया, तो जमा ने आण के गंढ खोल दी, तो उन्होंने हुक्म है भी गंढ खोल के तुसी दूर चले जाना। क्योंकि जदों साडा अंतिम समा आउंदा है, ਜਿਹੜੇ ਸਾਡੇ अंदर अनहद शब्द चलते ने, जो परमात्मा वाहिगुरु वो साडे अंदर गजदा है अनहद शब्दां राहीं। वो फिर जे मनमुख जीव जिहड़ा उन्हें सारी जिंदगी कदी शब्द नूं सुनिया ही नहीं, वो फिर की करदा है, जदों जम आके गंढ खोल दिंदे ने, वो जदों मालक साडे अंदर गजदा है, जे तां उन्हें नाम सुनिया होवे उहदे विच ध्यान ला के सीधा सच विच चला जाए, क्योंकि परमात्मा सानू अंतिम समय भी अड़ीकदा है कि बच्चा घर आ जाए। वो फिर जिहड़ा मनमुख जीव हुंदा है, उन्हें कदी नाम नहीं सुनिया हुंदा जिहड़ा साडे अंदर चलदा, नौ निध अमृत प्रभ का नाम देही मैं इसका किसरा। वो फिर जदों नाम साडे अंदर गजदा है, वो फिर डरदा मारा जाके जिहड़ा मन है वो निकल के जमा दे वस चले जाता। फिर वो जम जिहड़े आ वो इस नूं पकड़ लेंदे आ, फिर वो जंजीरां पा लेंदे ने मन नूं। ये खेल है सूखम। फिर वो जदों जंजीरां पाउंदे मन नूं, फिर वो जंजीरां पाउण तो बाद सानू जिहड़ा साडा शरीर है, ये तो मिट्टी है। आपां देखदे घरां दे विच मौत हुंदी है, सारे जाने रोई जांदे आ, ते लाश जिहड़ी है वो मंजे ते पई है। जिहड़ा ये मन है, फिर ये मन नूं वो काबू कर लैंदे ने, क्योंकि जे तां मन नूं सोझी होवे, फिर तो मन जाग्या होवे ते आपदे घर विच आउणा जाणा कीता होवे, फिर तो बच सकदा। पर वो मन नूं जदों जम काबू करदे ने, फिर अगे जिहड़ा रस्ता है वो है भवसागर। जिहड़ा भवसागर असीं नाम दे राहीं पार करना सी, वो भवसागर दे विच जो अगन है, सारे तत्त है, ਉਹਦੇ ਵਿੱਚ ਦੀ ਕੁੱਟ ਕੇ ਨਿਗਾਉਂਦੇ। ਇਹ ਮਨਮੁਖ ਜੀਵ ਉੱਥੇ ਕੀ ਕਰਦਾ ਹੈ, ਇਹ ਉੱਥੇ ਬੇਨਤੀ ਕਰਦਾ ਹੈ ਕਿ ਤੁਸੀਂ ਮੇਰੇ ਕੋਲ ਜੋ ਮੈਂ ਧਨ ਕਵਾਇਆ, ਜੋ ਸੰਸਾਰ ਦੇ ਸਾਰਾ ਕੁਝ ਮੈਂ ਤੁਹਾਨੂੰ ਦੇ ਦਿੰਦਾ, ਵੀ ਮੈਨੂੰ ਇਸ ਰਸਤੇ ਤੇ ਨਾ ਖੜੋ। ਪਰ ਮਨਮੁਖ ਕਹਿੰਦੇ ਵੀ ਜੋ ਤੂੰ ਹੁਣ ਕੀਤਾ ਹੈ ਉਹਦਾ ਭਾਈ ਹਿਸਾਬ ਤੈਨੂੰ ਦੇਣਾ ਪੈਣਾ ਹੈ, ਇੱਥੋਂ ਦੀ ਹੀ ਜਾਣਾ ਪੈਣਾ ਹੈ। ਉੱਥੇ ਵੀ ਜਿਹੜੇ ਮਨਮੁਖ ਜੀਵ ਹੈ, ਜਿਹੜੇ ਮਾਲਕ ਦੇ ਰਸਤੇ ਤੇ ਨਹੀਂ ਚੱਲੇ, ਮਨ ਦੇ ਪਿੱਛੇ ਲੱਗੇ ਰਹੇ, ਉਹਨਾਂ ਨੂੰ ਫਿਰ ਉਸ ਰਸਤੇ ਦੇ ਵਿੱਚ ਨਿਗਾਇਆ ਜਾਂਦਾ। ਉਸ ਨੂੰ ਕਿਹਾ ਹੈ ਬਿਮਲ ਨਦੀ। ਉੱਥੋਂ ਫਿਰ ਸਾਨੂੰ ਸਾਰੇ ਦੀਦੇ ਆ ਵੀ ਕਿਸ ਤਰ੍ਹਾਂ ਜਿਨ੍ਹਾਂ ਨੇ ਮਾਲਕ ਦਾ ਨਾਮ ਨਹੀਂ ਜਪਿਆ ਤੇ ਕਿਸ ਤਰ੍ਹਾਂ ਉਹਨਾਂ ਨੂੰ ਕੁੱਟ ਪੈਂਦੀ ਹੈ। फिर जो संसार दे विच कूड़ इकट्ठा कीता हुंदा, आपां चुगली निंदिया दा, झूठ दा, उहदी पंड सारी साडे सिर ते रख दिंदे ते फिर तोरदे ने अगे अगे सानू मन नूं। ते जिन्हां दे नाल असीं सारी जिंदगी रहे हुन्ने आ परिवार दे नाल, ये फिर पंजां नूं हुक्म करदा कि मैनू अपने परिवार नूं बेनती कर लैंदे, कोई मेरे परिवार दा जीव मैनू छड़ाएगा इत्थे आण के। पर जिहड़े परिवार दे जीव हुंदे ने वो तो पहले ही सुत्ते हुंदे ने माया च। आपां देखदे हां संसार दे विच जदों मनुख दी मौत हो जाती है,
ਉਹਦੇ ਲਾਗੇ ਬੀਬੀਆਂ ਵੀਣਾ ਪਾਉਂਦੀਆਂ ਨੇ, ਪਿੱਟ ਸਿਆਪਾ ਕਰਦੀਆਂ ਨੇ, ਰੋਸ ਮਾਰ ਕਰਦੀਆਂ ਨੇ, ਤੇ ਉਹ ਜੀਵ ਜਿਹੜੇ ਆ ਉਹ ਤਾਂ ਪਹਿਲਾਂ ਹੀ ਸੁੱਤੇ ਹੁੰਦੇ ਨੇ। ਹੁਣ ਉਹ ਕਿੱਦਾਂ ਛਡਾਉਣ ਆ ਕੇ, ਕਿਉਂਕਿ ਉਹ ਤਾਂ ਆਪ ਸੁੱਤੇ ਹੋਏ ਆ, ਮਨ ਜਾਗਿਆ ਨਹੀਂ। ਤੇ ਮਹਾਰਾਜ ਸਮਝਾਉਂਦੇ, ਕਹਿੰਦੇ ਵੀ ਸੰਸਾਰ ਦੇ ਵਿੱਚ ਤੁਸੀਂ ਦੋਸਤੀ ਉਹਨਾਂ ਨਾਲ ਕਰੋ ਜਿਹੜੇ ਤੁਹਾਡੇ ਨਾਲ ਦਰਗਾਹ ਦੇ ਵਿੱਚ ਨਿਭਣ। ਤੇ ਮਹਾਰਾਜ ਸਮਝਾਉਂਦੇ, ਕਹਿੰਦੇ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ। ਹੁਣ ਉੱਥੇ ਦਰਗਾਹ ਦੇ ਵਿੱਚ ਫਿਰ ਇਸ ਮਨ ਨੂੰ ਧਰਮ ਰਾਜੇ ਦੇ ਪੇਸ਼ ਕੀਤਾ ਜਾਂਦਾ ਹੈ। ਜਦੋਂ ਮਨ ਸਾਡਾ ਧਰਮ ਰਾਜੇ ਦੇ ਅੱਗੇ ਪੇਸ਼ ਹੁੰਦਾ ਹੈ, ਉਦੋਂ ਫਿਰ ਜਿਹੜਾ ਸਾਡਾ ਪੰਡ ਸਿਰ ਤੇ ਰੱਖੀ ਹੁੰਦੀ ਉਹ ਖੁੱਲਦੀ ਹੈ, ਪਾਪਾਂ ਦੀ ਪੰਡ, ਜਿਹਨੂੰ ਮਹਾਰਾਜ ਸਮਝਾਉਂਦੇ ਦੁੱਖ ਦੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲੇ ਕੋਈ। ਉੱਥੇ ਸਾਡਾ ਹਿਸਾਬ ਹੁੰਦਾ ਹੈ। ਹੁਣ ਉੱਥੇ ਸਾਡੀ ਹੈਲਪ ਉਹੀ ਕਰ ਸਕਦੇ ਨੇ ਜਿਨ੍ਹਾਂ ਨੇ ਘਰ ਦੇ ਵਿੱਚ ਆਉਣਾ ਜਾਣਾ ਕਰ ਲਿਆ, ਨਾਮ 'ਚ ਸਮਾ ਕੇ ਮਾਲਕ ਤੱਕ ਪਹੁੰਚ ਗਏ। ਜਿਸ ਤਰ੍ਹਾਂ ਦਰਿਆਵੀ ਕੋਰਟ ਕਚਹਿਰੀਆਂ ਹੁੰਦੀਆਂ ਨੇ, ਸਾਨੂੰ ਸਾਡੇ ਉੱਤੇ ਕੋਈ ਕੇਸ ਪੈ ਜਾਏ, ਸਾਡੇ ਯਾਰ ਦੋਸਤ ਸਾਡੀ ਖਾਤਰ ਗਵਾਹੀ ਵੀ ਦਿੰਦੇ ਆ, ਤਰੀਕੇ ਵੀ ਜਾਂਦੇ ਆ। ਇਸੇ ਤਰ੍ਹਾਂ ਜਿਹੜੀ ਮਾਲਕ ਦੀ ਕਚਹਿਰੀ ਹੈ, ਉੱਥੇ ਗਵਾਹੀ ਉਹੀ ਦੇ ਸਕਦਾ ਜਿਹਦਾ ਉੱਥੇ ਆਉਣਾ ਜਾਣਾ ਹੈ। ਤੇ ਆਉਣਾ ਜਾਣਾ ਜਿਨ੍ਹਾਂ ਨੇ ਬੰਦਗੀ ਕੀਤੀ ਸਾਰੀ ਜ਼ਿੰਦਗੀ, ਉਹਨਾਂ ਦਾ ਹੀ ਆ ਉੱਥੇ। ਹੁਣ ਉੱਥੇ ਇਹਦਾ ਹਿਸਾਬ ਹੁੰਦਾ ਹੈ। ਜਦੋਂ ਇਹਦਾ ਹਿਸਾਬ ਹੁੰਦਾ ਮਨ ਦਾ, ਤੇ ਫਿਰ ਉੱਥੇ ਸਵਾਸਾਂ ਦੀ ਕੁੰਜੀ ਖੁੱਲਦੀ ਹੈ ਵੀ ਕਿੰਨੇ ਸਵਾਸ ਇਹਨੇ ਕਿੱਧਰ ਖਰਚੇ ਆ। ਮਹਾਰਾਜ ਸਮਝਾਉਂਦੇ, ਜਦੋਂ ਸਾਡੇ ਅੰਤਮ ਸਮੇਂ ਸਵਾਸਾਂ ਦੀ ਕੁੰਜੀ ਖਰਚੀ ਹੈ, ਕਿੰਨੇ ਸਵਾਸ ਅਸੀਂ ਚੁਗਲੀ ਨਿੰਦਿਆ ਤੇ ਖਰਚ ਦਿੱਤੇ, ਕਿੰਨੇ ਅਸੀਂ ਸਵਾਸ ਈਰਖਾ ਨਫ਼ਰਤ ਤੇ ਖਰਚ ਦਿੱਤੇ, ਫਿਰ ਉਹਦੇ ਮੁਤਾਬਕ ਸਾਡਾ ਫੈਸਲਾ ਹੁੰਦਾ ਹੈ। ਤੇ ਉੱਥੇ ਸਾਡੇ ਨਾਲ ਨਿਭਣੇ ਨੇ ਗੁਰਮੁਖ। ਤੇ ਮਹਾਰਾਜ ਸਮਝਾਉਂਦੇ, ਕਹਿੰਦੇ ਗੁਰਮੁਖ ਸਿਉ ਕਰ ਦੋਸਤੀ, ਸਤਿਗੁਰ ਸਿਉ ਲਾਇ ਚਿੱਤ। ਕਹਿੰਦੇ ਭਾਈ ਤੂੰ ਦੋਸਤੀ ਉਹਨਾਂ ਨਾਲ ਕਰ ਜਿਹੜੇ ਮਾਲਕ ਦੇ ਰਸਤੇ ਤੇ ਚੱਲੇ ਹੋਏ ਨੇ। ਜਦੋਂ ਤੂੰ ਉਹਨਾਂ ਦੇ ਨਾਲ ਦੋਸਤੀ ਕਰੇਗਾ, ਤੇਰਾ ਚਿੱਤ ਮਾਲਕ ਨਾਲ ਆਟੋਮੈਟਿਕ ਲੱਗਦਾ ਜਾਏਗਾ, ਕਿਉਂਕਿ ਗੁਰਮੁਖਾਂ ਦੀ ਦ੍ਰਿਸ਼ਟੀ ਬਹੁਤ ਹੁੰਦੀ ਹੈ। ਇਸੇ ਤਰ੍ਹਾਂ ਫਿਰ ਸਾਨੂੰ ਅੰਤਮ ਸਮੇਂ ਜੋ ਸਾਡਾ ਪਰਿਵਾਰ ਹੈ ਉਹ ਛੁਡਾ ਨਹੀਂ ਸਕਦਾ। ਹੁਣ ਆਪਾਂ ਸੰਸਾਰ ਦੇ ਵਿੱਚ ਆਏ ਹਾਂ, ਤੇ ਆਪਣਾ ਆਪਣਾ ਆਪਾਂ ਸਾਰੇ ਜਾਣਿਆਂ ਨੇ ਹਿਸਾਬ ਵੀ ਦੇਣਾ ਦਰਗਾਹ ਦੇ ਵਿੱਚ, ਕਿਉਂਕਿ ਇਸ ਸੰਸਾਰ ਦੇ ਵਿੱਚ ਸਾਨੂੰ ਭੇਜਣ ਵਾਲਾ ਮਾਲਕ ਹੈ, ਤੇ ਇਸ ਸੰਸਾਰ ਦੇ ਵਿੱਚ ਸਾਨੂੰ ਸਜ਼ਾ ਦੇਣ ਵਾਲਾ ਵੀ ਮਾਲਕ ਹੀ ਹੈ। ਜਿੰਨੇ ਵੀ ਮਨ ਇਸ ਸੰਸਾਰ ਦੇ ਵਿੱਚ ਪੇਸ਼ ਹੋ ਗਏ, ਪ੍ਰਵੇਸ਼ ਕਰ ਗਏ, ਇਹਨਾਂ ਸਾਰਿਆਂ ਨੂੰ ਸਜ਼ਾ ਦੇਣ ਵਾਲਾ ਉਹ ਪਰਮਾਤਮਾ ਹੈ। ਹੁਣ ਜਿਹੜੇ ਅੰਤਮ ਸਮੇਂ ਮਨਮੁਖ ਜੀਵ ਨੇ, ਉਹ ਇਹ ਬਾਜੀ ਹਾਰ ਜਾਂਦੇ ਨੇ। ਆਪਣਾ ਜੋ ਮੂਲ ਹੈ ਉਹ ਗਵਾ ਕੇ ਇਸ ਸੰਸਾਰ ਦੇ ਵਿੱਚੋਂ ਦੁੱਖਾਂ ਦੀਆਂ ਪੰਡਾਂ ਨਾਲ ਲੈ ਕੇ ਜਾਂਦੇ ਨੇ। ਜਦੋਂ ਫਿਰ ਸਾਡਾ ਦਰਗਾਹ ਦੇ ਵਿੱਚ ਹਿਸਾਬ ਹੁੰਦਾ, ਉਹਦੇ ਮੁਤਾਬਕ ਸਾਨੂੰ ਅਗਲਾ ਆਕਾਰ ਦਿੱਤਾ ਜਾਂਦਾ ਹੈ। ਤੇ ਇਸੇ ਕਰਕੇ ਬਾਬਾ ਕਬੀਰ ਜੀ ਸਾਨੂੰ ਗੁਰਬਾਣੀ ਗੁਰੂ ਵਿੱਚ ਸਮਝਾਉਂਦੇ ਵੀ ਸੰਸਾਰ ਦੇ ਵਿੱਚੋਂ ਤੁਸੀਂ ਉਹ ਵਸਤ ਇਕੱਠੀ ਕਰੋ ਕਿ ਜਿਹੜਾ ਤੁਹਾਨੂੰ ਅੰਤਮ ਵੇਲੇ ਪਛਤਾਉਣਾ ਨਾ ਪਵੇ। ਕਹਿੰਦੇ ਕਬੀਰ ਲੂਟਣਾ ਹੈ ਤੋ ਲੂਟ, राम नाम है लूट, फिर पाशे पछताएगा जब प्राण जाएंगे छूट। कहते भी जे संसार दे विचों लुटना ही आ तू कुछ,
ਐਵੇਂ ਇਹ ਮੋਹ ਮਾਇਆ ਵਿਖ ਜਿਹੜੀ ਹੈ ਇਹ ਨਾ ਲੁੱਟ, ਰਾਮ ਨਾਮ ਦੀ ਬੰਦਗੀ ਕਰਕੇ ਸਵਾਸ ਜਮ੍ਹਾਂ ਕਰਾ ਕੇ ਇਹ ਖਜ਼ਾਨਾ ਲੁੱਟ। ਕਿਉਂਕਿ ਇਹੀ ਖਜ਼ਾਨਾ ਸਾਡੇ ਅੰਤਮ ਸਮੇਂ, ਇਹੀ ਖਜ਼ਾਨਾ ਸਾਡੇ ਅੰਤਮ ਸਮੇਂ ਦਰਗਾਹ ਦੇ ਵਿੱਚ ਨਾਲ ਨਿਭਦਾ ਹੈ। ਜੇ ਅਸੀਂ ਸੰਸਾਰ ਦੀ ਵਿਖ ਇਕੱਠੀ ਕਰੀ ਗਏ, ਇਹ ਕੂੜ ਇਕੱਠਾ ਕਰੀ ਗਏ, ਤੇ ਇਹਨੇ ਸਾਡੇ ਨਾਲ ਨਹੀਂ ਜਾਣਾ। ਜਿਸ ਤਰ੍ਹਾਂ ਆਪਾਂ ਸੰਸਾਰ ਦੇ ਵਿੱਚ ਦੇਖਦੇ ਹਾਂ ਵੀ ਸਾਡੇ ਨਾਲ ਕੁਝ ਨਹੀਂ ਜਾਂਦਾ, ਸਿਰਫ ਜੋ ਮਨ ਦੇ ਨਾਲ ਕੀਤਾ ਹੋਇਆ ਕਰਮ ਉਹੀ ਸਾਡੇ ਨਾਲ ਜਾਂਦਾ ਹੈ। ਆਪਾਂ ਸਾਰੇ ਜਾਣਿਆਂ ਨੇ ਕੋਸ਼ਿਸ਼ ਕਰਨੀ ਹੈ ਕਿ ਆਪਾਂ ਸਿਮਰਨ ਕਰ ਲਈਏ, ਮਾਲਕ ਦੇ ਰਸਤੇ ਉੱਪਰ ਚੱਲ ਕੇ ਮਾਲਕ ਦੇ ਨਾਲ ਪ੍ਰੀਤ ਪਾ ਲਈਏ। ਤੇ ਜਿਹੜਾ ਆਪਾਂ ਸੰਸਾਰ ਦੇ ਵਿੱਚ ਪਿਆਰ ਪਾ ਲਿਆ ਝੂਠਾ, ਉਹ ਜਿਹੜਾ ਝੂਠਾ ਪਿਆਰ ਆ ਉਹਨੂੰ ਆਪਾਂ ਛੱਡੀਏ। ਕਿਉਂਕਿ ਕੋਈ ਦੇਵਲੋਕ ਵਿੱਚੋਂ ਆਇਆ ਹੈ, ਕੋਈ ਭੂਮ ਲੋਕ ਵਿੱਚੋਂ ਆਇਆ ਹੈ, ਕੋਈ ਆਕਾਸ਼ ਲੋਕ ਵਿੱਚੋਂ ਆਇਆ ਹੈ। ਅੰਤਮ ਸਮੇਂ ਜਦੋਂ ਹਿਸਾਬ ਆਉਣਾ ਉਦੋਂ ਆਪਣਾ ਸਾਰਿਆਂ ਨਾਲੋਂ ਵਿਛੋੜਾ ਪੈ ਜਾਣਾ ਹੈ। ਜਿਸ ਤਰ੍ਹਾਂ ਆਪਾਂ ਹੁਣ ਬਾਹਰਲੀ ਕੰਟਰੀ 'ਚ ਆਏ ਹਾਂ, ਜਦੋਂ ਆਪਾਂ ਇੱਥੋਂ ਪੱਕੇ ਜਾਵਾਂਗੇ ਸਾਰਿਆਂ ਨੇ ਆਪਣੇ ਆਪਣੇ ਦੇਸ਼ ਨੂੰ ਚਲੇ ਜਾਣਾ ਹੈ। ਤੇ ਜਿਹੜੀ ਯਾਰੀ ਦੋਸਤੀ ਹੈ, ਜਦੋਂ ਦੇਸ਼ ਨੂੰ ਆਪਣੇ ਆਪਣੇ ਚਲੇ ਗਏ ਫਿਰ ਨਾਲ ਤਾਂ ਸਾਡੇ ਰਹਿਣਾ ਹੀ ਕੋਈ ਨਹੀਂ। ਇਸੇ ਤਰ੍ਹਾਂ ਜੋ ਸਾਨੂੰ ਸੰਸਾਰ ਦੇ ਵਿੱਚ ਪਰਿਵਾਰ ਮਿਲਿਆ ਹੈ, ਜੋ ਯਾਰ ਦੋਸਤ ਸੱਜਣ ਮਿੱਤਰ ਸਾਨੂੰ ਸੰਸਾਰ 'ਚ ਮਿਲੇ ਹੈ, ਇਹ ਸਾਰੇ ਅੰਤਮ ਸਮੇਂ ਸਾਡੇ ਤੋਂ ਵਿਛੋੜਾ ਪੈ ਜਾਣਾ ਇਹਨਾਂ ਦਾ। ਹੁਣ ਆਪਾਂ ਉਹ ਚੀਜ਼ ਵਸਾਉਣੀ ਆਪਣੇ ਮਨ ਦੇ ਵਿੱਚ ਜਿਹੜੀ ਸਦਾ ਨਾਲ ਰਹਿਣੀ ਹੈ। ਸੰਸਾਰ ਦੀ ਚੀਜ਼ ਸਾਡੇ ਨਾਲ ਕੋਈ ਰਹਿਣੀ ਨਹੀਂ, ਉਹ ਇੱਕ ਹੀ ਚੀਜ਼ ਸਾਡੇ ਨਾਲ ਰਹਿਣੀ, ਕੇਵਲ ਤੇ ਕੇਵਲ ਮਾਲਕ ਦਾ ਨਾਮ ਤੇ ਪਰਮਾਤਮਾ। ਹੁਣ ਆਪਾਂ ਜਿੱਥੇ ਵੀ ਬਹਿੰਦੇ ਹਾਂ, ਕਈ ਵੇਲੇ ਆਪਾਂ ਸੋਚਦੇ ਕਿ ਆਪਾਂ ਇਕੱਲੇ ਆ, ਸਾਨੂੰ ਅਖਬਾਰ ਚਾਹੀਦੀ ਹੈ, ਪਰ ਆਪਾਂ ਇਕੱਲੇ ਨਹੀਂ ਕਿਤੇ ਵੀ ਹੁੰਦੇ। ਕਿਉਂਕਿ ਮਾਲਕ ਪੂਰੀ ਦੁਨੀਆ ਤੇ ਬਿਰਾਜਮਾਨ ਹੈ ਤੇ ਮਾਲਕ ਸਾਡੇ ਅੰਦਰ ਵੀ ਹੈ, ਬਾਹਰ ਵੀ ਹੈ। ਜਿਹਨੂੰ ਮਹਾਰਾਜ ਸਮਝਾਉਂਦੇ ਅੰਤਰ ਵਾਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ। ਤੇ ਆਪਾਂ ਜਿੱਥੇ ਵੀ ਬਹਿੰਦੇ ਮਾਲਕ ਨੂੰ ਨਾਲ ਸਮਝਣਾ ਹੈ ਤੇ ਨਾਲ ਹੀ ਸਾਡੇ ਮਾਲਕ ਹੈ। ਕਹਿ ਰਵਿਦਾਸ ਹੱਥ ਪੈ ਨੇੜੇ, ਸਹਿਜੇ ਹੋਈ ਸੋ ਹੋਈ। ਹੱਥਾਂ ਪੈਰਾਂ ਤੋਂ ਵੀ ਨੇੜੇ ਹੈ, ਪਰ ਉਹਦੇ ਹੁਕਮ ਵਿੱਚ ਚੱਲਣਾ ਹੈ, ਕਿਉਂਕਿ ਸਾਨੂੰ ਉਹ ਦੇਖ ਰਿਹਾ ਹੈ। ਜਿਹਨੂੰ ਮਹਾਰਾਜ ਸਮਝਾਉਂਦੇ ਹੁਕਮੇ ਅੰਦਰ ਸਭ ਕੋ ਬਾਹਰ, ਹੁਕਮ ਨਾ ਕੋਏ। ਨਾਨਕ ਹੁਕਮੇ ਜੇ ਬੁਝੈ, ਤਾਂ ਹਉਮੈ ਕਹੇ ਨਾ ਕੋਈ। ਜਦੋਂ ਉਸ ਧਰਮ ਰਾਜੇ ਅਕਾਲ ਪੁਰਖ ਦਾ ਹੁਕਮ ਆਪਾਂ ਬੁੱਝ ਲੈਂਦੇ ਹਾਂ, ਉਦੋਂ ਸਾਡੇ ਅੰਦਰੋਂ ਹਉਮੈ ਹੰਕਾਰ ਦਾ ਨਾਸ ਹੋ ਜਾਂਦਾ ਹੈ। ਹੁਣ ਆਪਾਂ ਸਾਰੇ ਜਾਣਿਆਂ ਨੇ ਇਹ ਆਪਾਂ ਆਪਣੇ ਮਨ ਦੇ ਵਿੱਚ ਵਸਾ ਕੇ ਰੱਖਣਾ ਕਿ ਸਾਡਾ ਕਿਸੇ ਵੇਲੇ ਵੀ ਅੰਤਮ ਸਮਾਂ ਆ ਜਾਣਾ ਹੈ, ਆਉਣਾ ਹੈ, ਆਏ ਆ ਜਾਣਾ ਹੈ। ਕਿਉਂਕਿ ਮਰਨਾ ਲਿਖਾ ਕੇ ਆਏ ਆ, ਤੇ ਜਦੋਂ ਅਸੀਂ ਜਾਣਾ ਇੱਥੋਂ ਆਪਾਂ ਜਿਹੜਾ ਸੰਸਾਰ ਦਾ ਧਨ ਹੈ ਉਹ ਖੱਟ ਕੇ ਜਾਈਏ, ਸਵਾਸਾਂ ਦਾ ਧਨ। ਕਿਉਂਕਿ ਜਿਹੜੇ ਗੁਰਮੁਖ ਹੁੰਦੇ ਨੇ ਉਹ ਅੰਤਮ ਸਮੇਂ ਨਾਮ 'ਚ ਸਮਾ ਜਾਂਦੇ ਨੇ। ਤੇ ਜਿਹੜਾ ਇਹ ਸਰੀਰ ਹੈ, ਇਹ ਮਾਇਆ, ਇਹ ਪੰਜਾਂ ਦੇ ਬਸ ਕਰ ਦਿੰਦੇ, ਚੱਕ ਲਓ ਆਪਣਾ ਸਰੀਰ। ਸਰੀਰ ਨਾਲ ਤਾਂ ਸੰਬੰਧ ਹੀ ਕੋਈ ਨਹੀਂ। ਕਹਾਣੀ ਸਾਰੀ ਮਨ ਦੀ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੇ ਸਜ਼ਾ ਮਨ ਨੂੰ ਮਿਲਦੀ ਹੈ, ਸਰੀਰ ਨੂੰ ਨਹੀਂ। ਹੁਣ ਜੋ ਮਨ ਦੇ ਨਾਲ ਕੀਤਾ ਹੋਇਆ ਕਰਮ ਉਹ ਲਿਖਿਆ ਜਾਂਦਾ ਹੈ, ਤੇ ਸਾਨੂੰ ਮਿੰਟ ਮਿੰਟ ਦੀ ਸਾਡੀ ਜੋ ਰਿਪੋਰਟ ਹੈ ਉਹ ਦਰਗਾਹ ਦੇ ਵਿੱਚ ਪਹੁੰਚ ਰਹੀ ਹੈ।
ਤੇ ਸੰਸਾਰ ਦਾ ਜੋ ਵੀ ਆਪਾਂ ਇਕੱਠਾ ਕੀਤਾ ਇਹ ਨਾਸਵਾਨ ਹੈ। ਤੇ ਇਸੇ ਕਰਕੇ ਉਹ ਅਸੀਂ ਚੀਜ਼ ਵਸਤ ਮਨ ਦੇ ਵਿੱਚ ਵਸਾਉਣੀ ਹੈ ਜਿਹੜੀ ਨਾਲ ਨਿਭਣੀ ਹੈ। ਤੇ ਨਾਲ ਸਾਡੇ ਕੇਵਲ ਤੇ ਕੇਵਲ ਮਾਲਕ ਦਾ ਨਾਮ ਜਾਣਾ ਹੈ, ਜਿਹਨੇ ਸਾਡਾ ਅੰਤਮ ਸਮੇਂ ਸਾਡੀ ਖਲਾਸੀ ਕਰਨੀ ਹੈ, ਸਾਡਾ ਛੁਟਕਾਰਾ ਕਰਾਉਣਾ ਹੈ। ਜਿਹਨੂੰ ਮਹਾਰਾਜ ਸਮਝਾਉਂਦੇ, ਜੈ ਮਾਂ ਤੇ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਤੇ ਉਹ ਨਾਮ ਸਾਡੇ ਸੰਸਾਰ ਦੇ ਵਿੱਚ ਵੀ ਨਾਲ ਹੀ ਹੈ, ਸਾਡੇ ਅੰਦਰ ਚੱਲ ਰਿਹਾ ਹੈ, ਤੇ ਮਰਨ ਤੋਂ ਬਾਅਦ ਵੀ ਸਾਡੇ ਨਾਲ ਹੀ ਰਹਿਣਾ ਉਹ ਪਰਵਾਨਾ ਹੈ। ਕਿਉਂਕਿ ਜਦੋਂ ਅੰਤਮ ਸਮਾਂ ਆਉਂਦਾ ਆਪਾਂ ਦੇਖਦੇ ਹਾਂ ਕਿ ਕਈ ਜਿਹੜੇ ਜੀਵ ਦੀ ਮੌਤ ਆਉਂਦੀ ਉਹਦਾ ਲੈਟਰਿਨ ਬਾਥਰੂਮ ਵਿੱਚੇ ਨਿਕਲ ਜਾਂਦਾ, ਆਮ ਆਪਾਂ ਦੇਖਦੇ ਹਾਂ, ਇਹ ਨਿਸ਼ਾਨੀ ਹੈ। ਜਦੋਂ ਮਨੁੱਖ ਦਾ ਅੰਤਮ ਸਮਾਂ ਆਉਂਦਾ ਹੈ, ਜਦੋਂ ਇਹ 5 ਮਹਾਬਲੀ ਸਾਹਮਣੇ ਪ੍ਰਗਟ ਹੋ ਜਾਂਦੇ ਨੇ ਮਨ ਦੇ ਸਾਹਮਣੇ, ਕਿਉਂਕਿ ਇਹ ਡਰਾਉਣੇ ਆ ਤੇ ਇਹਨਾਂ ਦੇ ਮੂੰਹ ਇਦਾਂ ਦੇ ਭੂਤਾਂ ਵਰਗੇ ਆ ਕਿ ਜਦੋਂ ਸਾਹਮਣੇ ਪ੍ਰਗਟ ਹੋ ਜਾਂਦੇ ਮਨੁੱਖ ਡਰ ਜਾਂਦਾ, ਕਿਉਂਕਿ ਕਦੀ ਦੇਖੇ ਨਹੀਂ, ਸਾਰੀ ਜ਼ਿੰਦਗੀ ਇਹਨਾਂ ਪੰਜਾਂ ਦਾ ਸੰਗ ਕੀਤਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ। ਫਿਰ ਉਹ ਅੰਤਮ ਸਮੇਂ ਮਨੁੱਖ ਦਾ ਲੈਟਰਿੰਗ ਬਾਥਰੂਮ ਵਿੱਚੇ ਨਿਕਲ ਜਾਂਦਾ ਜਦੋਂ ਦੇਖਦਾ ਇਹਨਾਂ ਪੰਜਾਂ ਨੂੰ, ਕਿਉਂਕਿ ਇਹਨਾਂ ਨੇ ਆਉਣਾ ਸਾਨੂੰ ਲੈਣ ਵਾਸਤੇ। ਜਦੋਂ ਸਾਨੂੰ ਲੈਣ ਵਾਸਤੇ ਆਉਣਾ, ਮਾਲਕ ਨੇ ਵੀ ਸਾਡੇ ਅੰਦਰ ਗੱਜਣਾ, ਅਨਹਦ ਸ਼ਬਦਾਂ ਨੇ ਸਾਡੇ ਅੰਦਰ ਗੱਜਣਾ। ਉਦੋਂ ਆਪਾਂ ਜੇ ਹੁਣ ਆਪਾਂ ਸੰਸਾਰ ਦੇ ਵਿੱਚ ਉਸ ਸ਼ਬਦ ਨਾਲ ਪ੍ਰੀਤ ਪਾਵਾਂਗੇ, ਉਸ ਸ਼ਬਦ ਨੂੰ ਸੁਣਨਾ ਸ਼ੁਰੂ ਕਰਾਂਗੇ, ਸ਼ਬਦ ਦੇ ਵਿੱਚ ਬੈਠਾਂਗੇ, ਤੇ ਅੰਤਮ ਸਮੇਂ ਸਾਨੂੰ ਦਿੱਕਤ ਨਹੀਂ ਹੋਣੀ, ਆਟੋਮੈਟਿਕ ਧਿਆਨ ਸ਼ਬਦ ਵਿੱਚ ਲੱਗ ਜਾਣਾ ਹੈ। ਜਿਸ ਤਰ੍ਹਾਂ ਇੱਕ ਬੱਚਾ ਦਿੱਲੀ ਸਕੂਲ 'ਚ ਪੜ੍ਹਾਈ ਕਰਦਾ ਆਣ ਕੇ, ਉਹ ਜਦੋਂ ਦੂਜੀ ਤੀਜੀ ਕਲਾਸ 'ਚ ਹੋ ਜਾਂਦਾ ਉਹਨੂੰ ਦਿੱਕਤ ਨਹੀਂ ਆਉਂਦੀ, ਉਹਨੂੰ ਲਿਖਣਾ ਆ ਜਾਂਦਾ। ਇਸੇ ਤਰ੍ਹਾਂ ਆਪਾਂ ਹੁਣ ਜੇ ਹੁਣੇ ਸ਼ਬਦ ਦੀ ਕਮਾਈ ਕਰਾਂਗੇ, ਸ਼ਬਦ 'ਚ ਬੈਠਾਂਗੇ, ਸ਼ਬਦ ਪ੍ਰਗਟ ਹੋਏਗਾ ਅੰਦਰੋਂ, ਤੇ ਅੰਤਮ ਸਮੇਂ ਸਾਨੂੰ ਕੋਈ ਦਿੱਕਤ ਨਹੀਂ ਆਉਣੀ, ਸਾਡਾ ਆਟੋਮੈਟਿਕ ਧਿਆਨ ਲੱਗ ਜਾਣਾ ਸ਼ਬਦ 'ਚ। ਤੇ ਮਹਾਰਾਜ ਸਮਝਾਉਂਦੇ, ਕਹਿੰਦੇ ਸ਼ਬਦ ਸੁਣੇ ਤਾਂ ਦੂਰੋਂ ਭਾਗੇ। ਜਦੋਂ ਸਾਡੇ ਅੰਦਰੋਂ ਸਾਡੀ ਆ ਨਾਭ ਘਾਟ ਤੋਂ ਥੱਲਿਓਂ ਸੁਖਮਣ ਖੁੱਲ੍ਹਦੀ ਹੈ, ਇਹਦੇ ਵਿੱਚ ਜਦੋਂ ਸ਼ਬਦ ਚੱਲਦਾ ਹੈ ਤੇ ਜਿਹੜੇ 5 ਮਹਾਬਲੀ ਹੈ ਇਹ ਦੌੜ ਜਾਂਦੇ, ਉਦੋਂ ਡਰ ਜਾਂਦੇ, ਉਦੋਂ ਕਿ ਇਹ ਗੁਰਮੁਖ ਹੈ, ਇਹ ਹੱਥ ਜੋੜ ਲੈਂਦੇ ਇੱਦਾਂ। ਦੇਖ ਲਓ, ਜਿਹੜਾ ਗੁਰਮੁਖ ਜਿਹਨੇ ਬੰਦੇ ਨੇ ਨਾਮ ਜਪਿਆ ਜ਼ਿੰਦਗੀ ਦੇ ਵਿੱਚ, ਇਸ ਸੰਸਾਰ ਦੇ ਵਿੱਚ, ਉਹਦੇ ਅੰਦਰ ਸ਼ਬਦ ਜਿਹੜਾ ਚੱਲਦਾ ਹੈ, ਜਦੋਂ ਇਹ ਗੰਢ ਖੁੱਲ੍ਹਦੀ ਹੈ, ਜਦੋਂ ਸ਼ਬਦ ਚੱਲਦਾ, ਇਹ ਦੂਰ ਚਲੇ ਜਾ ਕੇ ਇੱਦਾਂ ਹੱਥ ਜੋੜ ਲੈਂਦੇ ਵੀ ਗੁਰਮੁਖ ਆ। ਇਹਨਾਂ ਦੀ ਮਜਾਲ ਨਹੀਂ ਵੀ ਇੱਕ ਟੀਕਾ ਟਿੱਪਣੀ ਵੀ ਕਰ ਸਕਦੇ ਗੁਰਮੁਖ ਦੇ ਉੱਤੇ, ਇਹ ਅੱਗੇ ਚੱਲਦੇ ਵੀ ਉਹਦੇ ਗੁਰਮੁਖ ਦੇ। ਇੰਨੀ ਮਾਲਕ ਨੇ ਬਖਸ਼ਿਸ਼ ਕੀਤੀ ਹੈ, ਸਾਨੂੰ ਵਡਿਆਈ ਬਖਸ਼ੀ ਹੈ। ਇਹ ਹੱਥ ਜੋੜਦੇ ਨੇ, ਸਤਿਕਾਰ ਕਰਦੇ ਨੇ, ਇਹੀ 5 ਜਿਹਨੂੰ ਮਹਾਰਾਜ ਸਮਝਾਉਂਦੇ, ਕਹਿੰਦੇ 5 ਬਖਾਦੀ ਏਕ ਗਰੀਬਾ ਰਾਖੋ ਰਾਖਣ ਹਾਰਾ। ਇਹ ਜਿਹੜੇ 5 ਬਖਾਦੀ ਆ, ਇਹ ਵੀ ਹੱਥ ਜੋੜਦੇ ਨੇ ਅੰਤਮ ਸਮੇਂ ਜਿਹੜਾ ਗੁਰਮੁਖ ਆ। ਤੇ ਜਿਹੜਾ ਮਨਮੁਖ ਹੈ, ਜਦੋਂ ਉਹਦੀ ਗੰਢ ਖੁੱਲ੍ਹਦੀ ਆ, ਉਹਦੇ ਅੰਦਰੋਂ ਨਾਮ ਹੀ ਨਹੀਂ ਪ੍ਰਗਟ ਹੁੰਦਾ। ਨਾਮ ਤਾਂ ਪ੍ਰਗਟ ਹੁੰਦਾ ਹੈ, ਪਰ ਉਹ ਡਰ ਜਾਂਦਾ, ਉਹਨੇ ਕਦੀ ਜ਼ਿੰਦਗੀ 'ਚ ਸੁਣਿਆ ਹੀ ਨਹੀਂ ਹੁੰਦਾ। ਡਰ ਕੇ ਜਦੋਂ ਬਾਹਰ ਨੂੰ ਭੱਜਦਾ ਹੈ, ਇਹ ਕਾਬੂ ਕਰ ਲੈਂਦੇ ਨੇ ਮਨ ਨੂੰ। ਉੱਥੇ ਨਾ ਪਰਿਵਾਰ ਛੁਡਾ ਸਕਦਾ, ਨਾ ਕੋਈ ਰਿਸ਼ਤੇਦਾਰ ਛੁਡਾ ਸਕਦਾ, ਤੇ ਦਰਗਾਹ ਦੇ ਵਿੱਚ ਫਿਰ ਇਹ ਕੁੱਟਦੇ ਖੜਦੇ ਆ, ਉੱਥੇ ਹਿਸਾਬ ਹੁੰਦਾ ਹੈ। ਹੁਣ ਉਹ ਵਸਤ ਵਸਾਉਣੀ ਹੈ ਜਿਹੜੀ ਸਾਨੂੰ ਅੰਤਮ ਪਵੇ, ਮਾਰ ਨਾ ਪਵੇ। ਜੇ ਆਪਣਾ ਧਿਆਨ ਸੰਸਾਰ ਦੇ ਵਿੱਚ ਲੱਗਾ ਰਹਿ ਗਿਆ, ਧਿਆਨ ਮਾਇਆ ਤੇ ਦ੍ਰਿੜ ਹੋ ਗਿਆ, ਤੇ ਉਹ ਦਿਨ ਦੂਰ ਨਹੀਂ ਕਿ ਜਦੋਂ ਸਾਨੂੰ ਅੰਤਮ ਸਮੇਂ ਨਿਸ਼ੇਧਨ ਕੀਤਾ ਜਾਣਾ ਇਸ ਸੰਸਾਰ ਦੇ ਵਿੱਚੋਂ। ਤੇ ਆਪਾਂ ਹੁਣ ਉਹ ਚੀਜ਼ ਵਸਾਉਣੀ ਹੈ ਜਿਹੜੀ ਸਾਨੂੰ ਅੰਤਮ ਸਮੇਂ ਵਡਿਆਈ ਮਿਲੇ। ਮਾਲਕ ਦੇ ਦੇਸ਼ ਵਿੱਚ ਆਪਾਂ ਜਾਣਾ ਹੈ, ਆਪਾਂ ਹਿਸਾਬ ਵੀ ਦੇਣਾ ਹੈ ਆਪਣਾ ਜਾ ਕੇ ਪਰਮਾਤਮਾ ਨੂੰ। ਤੇ ਇਸੇ ਕਰਕੇ ਜਦੋਂ ਤੁਸੀਂ ਜਪ ਕਰੋਗੇ, ਸਿਮਰਨ ਕਰੋਗੇ, ਤੁਹਾਡੀ ਸੁਰਤ ਅੰਤਰਮੁਖੀ ਹੋਏਗੀ, ਅੰਦਰੋਂ ਮਾਲਕ ਦੀ ਆਵਾਜ਼ ਤੁਹਾਨੂੰ ਸੁਣੇਗੀ, ਉਹ ਨਾਮ ਸੁਣੇਗਾ, ਉਹਦੇ 'ਚ ਬੈਠਣਾ ਸ਼ੁਰੂ ਕਰੋਗੇ, ਆਟੋਮੈਟਿਕ ਤੁਹਾਡਾ ਅੰਤਮ ਸਮੇਂ ਧਿਆਨ ਲੱਗ ਜਾਣਾ ਉਹਦੇ ਵਿੱਚ। ਇਸੇ ਕਰਕੇ ਆਪਾਂ ਉਹ ਨਾਮ ਜਿਹੜਾ ਹੈ, ਉਹ ਸਾਡੇ ਮਾਲਕ ਦਾ ਜੋ ਭਵ ਸਾਗਰ ਹੈ,
ਉਹਦੇ ਵਿੱਚ ਸਮਾ ਕੇ ਆਪਾਂ ਟੱਪ ਜਾਣਾ ਹੈ। ਤੇ ਜਿਨ੍ਹਾਂ ਕੋਲ ਨਾਮ ਨਹੀਂ ਹੁੰਦਾ ਉਹ ਮਨ ਭਾਵ ਸਾਗਰ 'ਚ ਡਿੱਗ ਪੈਂਦੇ ਨੇ। ਇਸੇ ਕਰਕੇ ਸਾਨੂੰ ਅੰਤਮ ਸਮੇਂ 5 ਮਹਾਬਲੀ ਜਿਹੜੇ ਨੇ ਇਹ ਬਹੁਤ ਕੁੱਟਦੇ ਨੇ, ਤੇ ਉੱਥੇ ਛਡਾਉਣ ਵਾਲਾ ਕੋਈ ਨਹੀਂ। ਕਿਉਂਕਿ ਪਰਿਵਾਰ ਬੈਠਾ ਲਾਸ਼ ਦੇ ਕੋਲ ਰੋਈ ਜਾਂਦਾ, ਹਾਏ ਉਹ ਸਾਡਾ ਜੀਵ ਚਲ ਗਿਆ। ਉਹ ਵੀ ਪਾਪ ਹੈ, ਰੋਣਾ ਵੀ। ਜਦੋਂ ਮਨੁੱਖ ਮਰ ਜਾਂਦਾ ਉਹਦੇ ਕੋਲ ਬਹਿ ਕੇ ਰੋਣਾ ਉਹ ਪਾਪ ਹੈ। ਉਹਦੇ ਕੋਲ ਬਹਿ ਕੇ ਸਿਮਰਨ ਕਰੋ, ਬੰਦਗੀ ਕਰੋ ਕਿ ਜਿੱਥੇ ਉਹਦਾ ਮਨ ਗਿਆ, ਜਿੱਥੇ ਉਹਦਾ ਹਿਸਾਬ ਹੋ ਰਿਹਾ, ਉਹਨੂੰ ਸੁੱਖ ਪ੍ਰਾਪਤ ਹੋਵੇ। ਪਰ ਇਹ ਜਿਹੜਾ ਸੰਸਾਰ ਹੈ ਮਹਾਰਾਜ ਕਿਤੇ ਬਿਨ ਨਾਵੇਂ ਜਗ ਕੰਬਲਾ ਫਿਰੇ, ਇਹ ਕੰਬਲੇ ਹੋਰ ਪਿੱਠ ਸਿਆਪਾ ਪਾਉਣ ਲੱਗ ਪੈਂਦੇ। ਮਰਿਆ ਤਾਂ ਪਹਿਲਾਂ ਹੀ ਹੁੰਦਾ ਉਹ। ਜੇ ਉਹਦਾ ਧਿਆਨ ਵੀ ਕਿਤੇ ਅੰਤਮ ਸਮੇਂ ਲੱਗਦਾ ਹੈ ਸ਼ਬਦ ਦੇ ਵਿੱਚ, ਇਹ ਮੜ ਜਾ ਬਿਮਾਰ ਹੋਵੇ ਪਹਿਲਾਂ ਹੀ ਚੀਕਾਂ ਮਾਰਨ ਲੱਗ ਪਏ, ਧਿਆਨ ਤਾਂ ਵੀ ਬਾਹਰ ਨਿਕਲ ਜਾਂਦਾ। ਇਸ ਸਮੇਂ ਜਦੋਂ ਵੀ ਕੋਈ ਮਨੁੱਖ ਜ਼ਿਆਦਾ ਬਿਮਾਰ ਹੋਵੇ, ਠਮਾਰ ਹੋਵੇ, ਉਹਦੇ ਕੋਲ ਜ਼ਿਆਦਾ ਚੀਕ ਛਾੜਾ ਨਹੀਂ ਪਾਉਣਾ, ਕਿਉਂਕਿ ਉਦੋਂ ਮਾਲਕ ਨੇ ਵੀ ਅੰਦਰ ਗੱਜਣਾ ਹੁੰਦਾ ਹੈ, ਪੰਜਾਂ ਨੇ ਵੀ ਸੂਖਮ ਰੂਪ ਰਾਹੀਂ ਸਾਹਮਣੇ ਸਨਮੁਖ ਹੋਣਾ ਹੈ। ਤੇ ਉਦੋਂ ਜੇ ਕੋਈ ਮਨੁੱਖ ਦਾ ਜਿਹੜਾ ਨਾਮ ਪ੍ਰਗਟ ਹੈ ਜਿਹਦੇ ਅੰਦਰ, ਉਹ ਉੱਥੇ ਪਹੁੰਚ ਜਾਵੇ ਤਾਂ ਵੀ 5 ਭੱਜ ਜਾਂਦੇ ਨੇ, ਛੁਟਕਾਰਾ ਹੋ ਜਾਂਦਾ ਮਨੁੱਖ ਦਾ। ਇਸੇ ਕਰਕੇ ਆਪਾਂ ਸਹਿਜ ਵਿੱਚ ਰਹਿਣਾ ਹੈ। ਮਹਾਰਾਜ ਸਮਝਾਉਂਦੇ ਕਹਿੰਦੇ ਚਾਕਰ ਤੇਰਾ ਸੋਈ ਜੋ ਸਹਿਜੇ ਰਹਿ ਸਮਾਈ। ਜਦੋਂ ਸਾਡਾ ਮਨ ਸਹਿਜ ਵਿੱਚ ਹੋਏਗਾ, ਇਹਨਾਂ ਪੰਜਾਂ ਦੀ ਕੋਈ ਪੇਸ਼ ਨਹੀਂ ਚੱਲ ਸਕਦੀ ਸਾਡੇ ਉੱਤੇ, ਕਿਉਂਕਿ ਆਪਾਂ ਜ਼ਿੰਦਗੀ ਦੇ ਵਿੱਚ ਇਹਨਾਂ ਨਾਲ ਮਿਲ ਕੇ ਨਹੀਂ ਰਹਿਣਾ ਇਸ ਸਰੀਰ ਦੇ ਅੰਦਰ। ਹੁਣ ਸਾਡਾ ਮਨ ਮਿਲ ਗਿਆ ਹੈ, ਇਹ ਝੂਠ ਬੋਲਦਾ ਹੈ, ਚੁਗਲੀ ਨਿੰਦਿਆ ਕਰਦਾ ਹੈ, ਪਰਾਇਆ ਤਨ ਦੇਖਦਾ ਹੈ, ਸਾਰਾ ਕੁਝ ਕਰਦਾ ਹੈ। ਹੁਣ ਅਸੀਂ ਇਹਨਾਂ ਨਾਲ ਮਿਲ ਕੇ ਨਹੀਂ ਰਹਿਣਾ। ਸਾਨੂੰ ਪਤਾ ਲੱਗ ਗਿਆ ਕਿ ਅੰਤਮ ਸਮੇਂ ਇਹਨਾਂ ਨੇ ਸਾਨੂੰ ਜੀਵਨ ਦੀ ਬਾਜੀ ਕਰਾਉਣੀ ਹੈ। ਸੋ ਇਸੇ ਕਰਕੇ ਗੁਰਮੁਖ ਪਿਆਰਿਓ, ਨਾਮ ਦਾ ਅੰਦਰੋਂ ਖਜ਼ਾਨਾ ਲੱਭੋ, ਸਾਡੇ ਅੰਦਰ ਹੀ ਚੱਲਦਾ ਹੈ। ਤੇ ਇੰਨੀਆਂ ਕੁ ਵਿਚਾਰਾਂ ਕਰਦੇ ਇੱਕ ਨਹੀਂ ਅਨੇਕ ਗਲਤੀਆਂ ਹੋ ਜਾਂਦੀਆਂ। ਆਪ ਜੀ ਬਖਸ਼ਣ ਹਾਰਿਓ, ਬਖਸ਼ ਦੇਣਾ ਜੀ। ਗੁਰਬਾਣੀ ਗੁਰੂ ਦੁਆਰਾ ਗੁਰਮੁਖ ਜਨਾਂ ਨੇ ਭੇਜ ਦਿੱਤਾ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਦਰਬਾਰਾ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।